सत श्री अकाल। न्यूज़ 18 पंजाब हरियाणा देख रहे सारे दर्शकों का स्वागत है। मैं हाँ विजयपाल सिंह बराड़। 6 बजे ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਨਕੋਦਰ ਕਤਲकांड ਦੇ ਨਾਲ ਜੁੜੀ ਹੋਈ ਰਹਿੰਦੇ 2 ਸ਼ੂਟਰ ਵੀ ਪੰਜਾਬ ਪੁਲਿਸ ਨੇ ਕਾਬੂ ਕਰ ਲਏ ਨੇ। 2 ਸ਼ੂਟਰ ਜਿਹੜੇ ਫਰਾਰ ਸਨ ਹਾਲੇ ਤੱਕ ਟਿੰਮੀ ਚਾਵਲਾ ਤੇ ਮਨਦੀਪ ਮਰਡਰ ਕੇਸ ਦੇ ਵਿੱਚ। ਉਹਨਾਂ ਦੋਨਾਂ ਸ਼ੂਟਰਾਂ ਨੂੰ AGTF ਨੇ ਬਠਿੰਡਾ ਤੇ ਜਲੰਧਰ ਪੁਲਿਸ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਹੈ। सोर्सिस तो खबर आ रही ने जोधपुर ते दिल्ली 2 ਥਾਵਾਂ ਤੋਂ ਵੱਖ-ਵੱਖ ਥਾਵਾਂ ਤੋਂ ਇਹਨਾਂ ਦੋਨੇ ਸ਼ੂਟਰਾਂ ਨੂੰ गिरफ्तार किया गया है। AGTF ਦੀ ਟੀਮ ਨੇ और ਜਲੰਧਰ ਪੁਲਿਸ ਨੇ ਤੇ ਬਠਿੰਡਾ ਪੁਲਿਸ ਨੇ, क्योंकि 2 ਥਾਵਾਂ ਤੇ ਪਹਿਲਾਂ ਬਠਿੰਡੇ ਤੋਂ ਵੀ ਫੜੇ ਗਏ ਸੀ ਜਿਹੜੇ ਸ਼ੂਟਰ ਸੀਗੇ। ਬਠਿੰਡਾ ਇਲਾਕੇ ਦੇ ਰਹਿਣ ਵਾਲੇ ਸੀ ਉਹ 3 ਸ਼ੂਟਰ। ਟੋਟਲ 5 ਸ਼ੂਟਰ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਪੜਾ ਵਪਾਰੀ ਟਿੰਮੀ ਚਾਵਲਾ ਦਾ ਮਰਡਰ ਕਰਕੇ ਭੱਜੇ ਸੀ और ਟਿੰਮੀ ਚਾਵਲਾ ਦੇ ਗਨਮੈਨ मनदीप ਨੂੰ भी गोलियां लगियां सी, जिस तो अगले दिन मनदीप की भी हस्पताल दे विच मौत हो गई सी। सो पुलिस ने सारे दे सारे शूटर हुण काबू कर लए ने, गिरफ्तार कर लए ने। 2 शूटर जिन्हां दे नाम सज्जन ते ठाकुर ने दसे जा रहे ने, दोनों नूं गिरफ्तार कर लिया है। सो कतलकांड च शामिल सारे शूटर पुलिस दे शिकंजे च आ गए ने। AGTF दा ऑपरेशन है और नाल बठिंडा ते जलंधर पुलिस सांझे तौर ते ये ऑपरेशन ਨੂੰ ਅੰਜਾਮ ਦਿੱਤਾ ਗਿਆ ਹੈ। AGTF ਬਠਿੰਡਾ ਪੁਲਿਸ ਤੇ ਜਲੰਧਰ ਪੁਲਿਸ ਵੱਲੋਂ ਕਪੜਾ ਵਪਾਰੀ ਟਿੰਮੀ ਚਾਵਲਾ ਤੇ ਉਹਨਾਂ ਦੇ ਗਨਮੈਨ ਮਨਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। ਔਰ ਪਿਛਲੇ ਦਿਨਾਂ ਦੇ ਵਿੱਚ DGP ਨੇ ਕਾਫੀ ਖੁਲਾਸੇ ਕੀਤੇ ਸੀ ਕਿ ਅਮਰੀਕਾ ਦੇ ਵਿੱਚ ਸਾਜ਼ਿਸ਼ ਰਚੀ ਗਈ ਸੀ। ਅਮਨਦੀਪ ਪੁਰੇ ਵਾਲਾ ਮਾਸਟਰਮਾਈਂਡ ਸੀ। ਕਾਫੀ ਵਿਸਤਾਰ ਨਾਲ DGP ਨੇ ਜਾਣਕਾਰੀ ਦਿੱਤੀ ਸੀ। ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਗਏ ਨੇ ਸਿੱਧਾ ਇਸ ਤੇ ਹੋਰ ਅਪਡੇਟ ਦੇ ਲਈ। ਮਨੋਜ, ਵੱਡੀ ਖਬਰ ਇਸ ਵੇਲੇ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਥੋੜਾ ਡਿਟੇਲ ਚ ਜਾਨਣਾ ਚਾਹਾਂਗੇ ਕਿਸ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਕਿਵੇਂ ਇਹਨਾਂ ਸ਼ੂਟਰਾਂ ਨੂੰ ਕਿੱਥੋਂ ਕਾਬੂ ਕੀਤਾ ਗਿਆ। देखो विजय, जिदा तुसी भी जिक्र किया है कि पूरा एक ब्रीफ नाल DGP ਵੱਲੋਂ भी ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਹਾਲਾਂਕਿ 3 ਸ਼ੂਟਰ ਪਹਿਲਾਂ ਹੀ ਕਾਬੂ ਕੀਤੇ ਗਏ ਸੀ ਬਟਿੰਡਾ ਤੋਂ। ਹਾਲਾਂਕਿ ਹੁਣ ਜਿਹੜੇ 2 ਹੋਰ ਜਿਹੜੇ ਮੇਨ ਸ਼ੂਟਰ ਸੀਗੇ ਸੱਜਣ ਤੇ ਠਾਕੁਰ, ਜਿਹੜੇ ਟੌਪ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ, ਉਹਨਾਂ ਨੂੰ ਵੀ ਜੁਆਇੰਟ ਆਪਰੇਸ਼ਨ ਕਰਕੇ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਬਟਿੰਡਾ ਪੁਲਿਸ ਤੇ ਜਲੰਧਰ ਪੁਲਿਸ ਇਹ ਤਿੰਨਾਂ ਨੇ ਜੋਧਪੁਰ ਤੋਂ ਤੇ ਦਿੱਲੀ ਤੋਂ ਕਾਬੂ ਕੀਤਾ ਹੈ। ਬੜਾ ਇਹਦੇ ਵਿੱਚ ਇੱਕ ਸ਼ੌਕਿੰਗ ਜਿਹੜੀ ਹੈਗੀ ਜਾਣਕਾਰੀ ਵੀ ਦਿੱਤੀ ਸੀ DGP ਵੱਲੋਂ ਕਿ ਆਖਿਰ ਟਿੰਮੀ ਚਾਵਲਾ ਨੂੰ ਮਾਰਿਆ ਕਿਉਂ ਗਿਆ। ਥੋੜਾ ਜਿਹਾ ਬਰੀਫ 'ਚ ਜਾਈਏ, ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਈਏ ਤੇ ਜਿਹੜੀ ਜਾਣਕਾਰੀ ਮਿਲੀ ਸੀਗੀ DGP ਵੱਲੋਂ, ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਟਿੰਮੀ ਚਾਵਲਾ ਇੱਕ ਕਪੜਾ ਵਪਾਰੀ ਸੀਗਾ ਤੇ ਇੱਕ ਨਵੀਂ ਗੈਂਗ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੱਕ ਐਟੀ ਦਾ ਗੈਂਗਸਟਰ ਜਾਂ ਕਿਸੇ ਤਰ੍ਹਾਂ ਦਾ ਹੋਰ ਕਿਸੇ ਤਰ੍ਹਾਂ ਦਾ ਇਨਵੋਲਵ ਨਹੀਂ ਸੀਗੀ। ਇੱਕ ਨਵੀਂ ਗੈਂਗ ਇਹਦੇ ਵਿੱਚ ਸਾਹਮਣੇ ਆਈ ਸੀ ਜਿਨ੍ਹਾਂ ਨੇ ਇਹ ਐਕਸਟੋਰਸ਼ਨ ਕਾਲ ਕੀਤੀ ਸੀ। ਪਹਿਲਾਂ ਉਹ ਕਿਸ ਤਰ੍ਹਾਂ ਕੀਤੀ ਇਹ ਵੀ ਜਾਣਕਾਰੀ ਦਿੱਤੀ ਸੀ। ਇਹਦੇ ਵਿੱਚ VIP ਨੰਬਰ ਰੱਖਦਾ ਸੀਗਾ ਟਿੰਮੀ ਚਾਵਲਾ ਆਪਣੀ ਗੱਡੀਆਂ ਵੀ ਉਹਦੀ ਬੜੀ ਲਗਜ਼ਰੀ ਗੱਡੀਆਂ ਹੁੰਦੀ ਸੀ, ਥਾਰ, ਮਰਸੀਡੀਜ਼, BMW। ਉਹ ਇਸ ਗੱਡੀ 'ਚ ਕਿੱਥੇ ਜਾਂਦਾ ਸੀਗਾ, ਦਿੱਲੀ ਮੰਦਿਰ ਜਾਂਦਾ ਸੀਗਾ, ਕਿਤੇ ਹੋਰ ਜਾਂਦਾ ਸੀਗਾ ਧਾਰਮਿਕ ਸਥਾਨ ਤੇ, ਉੱਥੇ ਇਹਨੂੰ ਵੇਖਿਆ ਗਿਆ। ਜਿਹੜੀ ਹੁਣ ਜਾਣਕਾਰੀ ਜਿਹੜੇ ਸਾਡੇ ਟੌਪ ਸੋਰਸਿਸ ਵੀ ਦੇ ਰਹੇ ਕਿ ਆਖਿਰ ਇਹ ਸਟਾਰਟਿੰਗ ਕਿੱਥੋਂ ਹੋਈ। ਟਿੰਮੀ ਚਾਵਲਾ ਜਾਂਦਾ ਸੀਗਾ ਤੇ ਇਹਨਾਂ ਨੇ ਦੇਖਿਆ ਕਿ ਕਾਫੀ ਰਿਚ ਹੈ ਔਰ ਉਸ ਤੋਂ ਬਾਅਦ ਇਹਨੂੰ ਐਕਸਟੋਰਸ਼ਨ ਜਿਹੜੀ ਕਾਲ ਹੈ, ਰੰਗਦਾਰੀ ਦੀ ਜਿਹੜੀ ਕਾਲ ਹੈ ਉਹ ਸ਼ੁਰੂ ਹੋਈ। ਉਸ ਤੋਂ ਬਾਅਦ ਇਹਨੇ ਪੁਲਿਸ 'ਚ ਕੰਪਲੇਂਟ ਦਿੱਤੀ, ਉਹਨੂੰ ਦੁਬਾਰਾ ਕਾਲ ਆਈ ਕਿ ਤੂੰ ਕੰਪਲੇਂਟ ਦਿੱਤੀ ਹੈ। ਇਸ ਤੋਂ ਬਾਅਦ ਹੁਣ ਪੁਲਿਸ ਨੇ ਇਹ ਪੂਰਾ ਜਿਹੜਾ ਹੈਗਾ ਨੈਟਵਰਕ, ਕਿਉਂਕਿ ਵਾਰਦਾਤ ਤੋਂ ਬਾਅਦ ਇਹ ਪੂਰਾ ਮਰਡਰ ਤੋਂ ਬਾਅਦ ਪੁਲਿਸ ਨੇ ਜਦ ਇਹ ਪੂਰਾ ਟ੍ਰੇਸ ਕੀਤਾ, ਉਸ ਤੋਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ। 3 ਸ਼ੂਟਰ ਬਟਿੰਡਾ ਤੋਂ ਕਾਬੂ ਕੀਤੇ ਤੇ ਹੁਣ ਜਿਹੜੇ 2 ਹੋਰ ਵੀ ਮੇਨ ਸ਼ਾਰਪ ਸ਼ੂਟਰ ਸੀਗੇ ਇਹਦੇ ਵਿੱਚ ਬਟਿੰਡਾ ਤੇ ਹੀ ਦੱਸੇ ਜਾ ਰਹੇ ਹੋ, ਜਿਹੜੇ ਸੋਰਸਿਸ ਤੁਹਾਨੂੰ ਜਾਣਕਾਰੀ ਦੇ ਰਹੇ ਸੱਜਣ ਤੇ ਠਾਕੁਰ, ਉਹਨਾਂ ਨੂੰ ਵੀ ਕਾਬੂ ਕੀਤਾ ਗਿਆ। ਇਹ ਜਿਹੜੀ ਵੱਡੀ ਸਫਲਤਾ ਕਹਿ ਸਕਦੇ ਆ ਐਂਟੀ ਗੈਂਗਸਟਰ ਟਾਸਕ ਫੋਰਸ, ਜਲੰਧਰ ਪੁਲਿਸ ਤੇ ਬਟਿੰਡਾ ਪੁਲਿਸ ਦੀ। ਇਹਨਾਂ ਨੂੰ ਇੱਕ ਨੂੰ ਜੋਧਪੁਰ ਤੋਂ ਤੇ ਇੱਕ ਨੂੰ ਦਿੱਲੀ ਤੋਂ, ਕਿਉਂਕਿ ਟੈਕਨੀਕਲ ਦੀ ਮਦਦ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਸੌਟ ਆਊਟ ਹੋਇਆ, ਸਾਰਾ ਸੋਲਵ ਹੋਇਆ ਕੇਸ। ਇਹਦੇ ਵਿੱਚ ਜਿਹੜੇ ਫੜੇ ਗਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਕਿ ਉਹਨਾਂ ਦੇ ਜਿਹੜੇ ਦੋਸਤ ਨੇ, ਉਹਨਾਂ ਦੇ ਜਿਹੜੇ ਹੋਰ ਸਾਥੀ ਹੈ ਸੱਜਣ ਤੇ ਠਾਕੁਰ ਜਿਨ੍ਹਾਂ ਦਾ ਨਾਂ ਦੱਸਿਆ ਜਾ ਰਿਹਾ, ਉਹਨਾਂ ਦੀ ਮਦਦ ਨਾਲ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਸਾਨੂੰ ਪਹਿਲਾਂ ਤੋਂ ਪੈਸੇ ਆਏ ਸੀਗੇ, ਸਾਨੂੰ ਕਾਲ ਆਈ ਸੀਗੀ ਕਿ ਇਹ ਵਾਰਦਾਤ ਨੂੰ ਅੰਜਾਮ ਦੇਣਾ ਹੈ, ਕਿਉਂਕਿ ਇਹ ਸਾਰੇ ਕਿਰਾਏ ਦੇ ਹੈ। ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਇਹਨਾਂ ਨੂੰ ਪੈਸੇ ਦਿੱਤੇ ਜਾਣ ਸੀਗੇ ਕਿ ਇੰਨੇ ਤੁਹਾਨੂੰ ਪੈਸੇ ਜਿਹੜੇ ਹੈਗੇ ਉਹ ਦਿੱਤੇ ਜਾਣਗੇ, ਤੁਸੀਂ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ 5 ਜਿਹੜੇ ਹੈਗੇ 2 ਬਾਈਕਾਂ ਤੇ 5 ਸ਼ਾਰਪ ਸ਼ੂਟਰ ਪਹੁੰਚੇ ਸੀਗੇ। ਜਿਹੜਾ ਟਿੰਮੀ ਚਾਵਲਾ ਦੀ ਪਹਿਲਾਂ ਰੈਕੀ ਕੀਤੀ ਗਈ ਸੀ, ਰੈਕੀ ਕਰਨ ਤੋਂ ਬਾਅਦ ਇਹ ਪੂਰੀ ਵਾਰਦਾਤ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਅਨਫੋਰਚੂਨੇਟ ਮਨਦੀਪ ਦੀ ਵੀ ਮੌਤ ਹੋ ਗਈ ਸੀ, ਉਹਨੂੰ ਵੀ 4 ਗੋਲੀਆਂ ਵੱਜੀ ਸੀ। ਲੇਕਿਨ ਹੁਣ ਵੱਡੀ ਸਫਲਤਾ ਮਿਲੀ ਹੈ ਕਿ ਪੁਲਿਸ ਨੇ 5 ਜਿਹੜੇ ਸ਼ਾਰਪ ਸ਼ੂਟਰ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਇੱਥੇ ਪਹੁੰਚੇ ਸੀਗੇ, ਉਹਨਾਂ ਨੂੰ ਕਾਬੂ ਕਰ ਲਿਆ ਗਿਆ। 3 ਪਹਿਲਾਂ ਕੀਤੇ ਸੀਗੇ, 2 ਹੁਣ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਾਬੂ ਕਰਕੇ ਹੁਣ ਸਿੱਧਾ
ਜਿਹੜਾ ਨਕੋਦਰ ਜਲੰਧਰ ਪੁਲਿਸ ਜਿਹੜੀ ਹੈਗੀ ਉਹ ਲੈ ਕੇ ਆ ਰਹੀ ਹੈ ਤੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਹੋਏਗੀ ਕਿ ਆਖਿਰ ਇਹ ਕਿੱਥੇ ਕਿੱਥੇ ਰਹੇ, ਕਿੰਨਾ ਲੋਕਾਂ ਨੇ ਇਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ, ਕਿੰਨੇ ਬਾਈਕ ਜਿਹੜੀ ਹੈਗੀ ਉਹ ਮੁਹੱਈਆ ਕਰਾਈ, ਹੋਰ ਕਿਨੇ ਕਿਸ ਦਾ ਅੱਗੇ ਰੋਲ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਕਿਉਂਕਿ ਇਹ ਬਹੁਤ ਜਿਹੜਾ ਗੰਭੀਰ ਚਿੰਤਾ ਦਾ ਵਿਸ਼ੇ ਵੀ ਹੈਗਾ ਕਿ ਇਸ ਤਰ੍ਹਾਂ ਦੀ ਰੰਗਦਾਰੀ ਮੰਗਣਾ, ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰਾਂ ਦੇ ਨਾਂ ਲੈ ਕੇ ਇਸ ਤਰ੍ਹਾਂ ਦਾ ਜਿਹੜਾ ਡਰਾਣਾ ਧਮਕਾਣਾ, ਐਕਸਟ੍ਰੈਕਸ਼ਨ ਕਾਲ ਕਰਨਾ, ਇਹ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵਿਜੇ ਕੰਮ ਕਰ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਸ਼ੂਟਰ ਫੜੇ ਗਏ ਨੇ ਉਹਨਾਂ ਤੋਂ ਵੀ ਪੁੱਛਗਿੱਛ ਬਹੁਤ ਵੱਡੇ ਖੁਲਾਸੇ ਜਿਹੜੇ ਆ ਉਹ ਸਾਹਮਣੇ ਆ ਰਹੇ ਹਨ। ਵਿਜੇ ਅੱਛਾ ਮਨੋਜ, ਇਹ ਵੀ ਜਾਨਣਾ ਚਾਹਾਂਗੇ ਕਿਉਂਕਿ ਪਹਿਲਾਂ ਜਿੰਨੇ ਵੀ ਸ਼ੂਟਰ ਫੜੇ ਗਏ ਸੀ ਉਹਨਾਂ ਕੋਲੋਂ ਹਥਿਆਰਾਂ ਦੀ ਰਿਕਵਰੀ ਹੋਈ ਹੈ, ਕਿ ਇਸ ਕੇਸ ਦੇ ਵਿੱਚ ਕੋਈ ਜਾਣਕਾਰੀ ਮਿਲੀ ਹੈ? ਕੋਈ ਹੁਣ ਤੱਕ ਕੋਈ ਸੋਰਸਿਸ ਦੇ ਹਵਾਲੇ ਨਾਲ ਹੀ ਪਤਾ ਲੱਗ ਪਾਇਆ ਕਿ ਇਹਨਾਂ ਕੋਲੋਂ ਵੀ ਕੋਈ ਹਥਿਆਰ ਕੋਈ ਫੜੇ ਗਏ ਹੋਣ ਜਿਹਦੇ ਨਾਲ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ? ਦੇਖੋ ਵਿਜੇ, ਕਿਉਂਕਿ ਇਨੀਸ਼ੀਅਲੀ ਜਿਹੜਾ ਹੈਗਾ ਇਹ ਜਾਣਕਾਰੀ ਸਾਡੇ ਕੋਲ ਹੈਗੀ ਹੈ, ਐਕਸਕਲੂਸਿਵ ਜਾਣਕਾਰੀ ਨਿਊਜ਼ 18 ਕੋਲ ਹੈਗੀ ਹੈ ਕਿ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਹਾਲਾਂਕਿ ਰਿਕਵਰੀ ਕੀ ਹੋਈ ਹੈ ਕਿਉਂਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਜਿਹੜੀ ਹੈ ਇਨੀਸ਼ੀਅਲੀ ਜਿਹੜੀ ਹੈਗੀ ਹੈ ਪੁੱਛਗਿੱਛ ਕਿਉਂਕਿ ਸਾਹਮਣੇ ਆਇਆ ਹੈ ਕਿ ਟੈਕਨੀਕਲੀ ਮਦਦ ਨਾਲ ਇਹ ਸਾਰੀ ਚੀਜ਼ਾਂ ਉੱਥੇ ਤੱਕ ਪਹੁੰਚੀ। ਐਂਟੀ ਗੈਂਗਸਟਰ ਟਾਸਕ ਫੋਰਸ, ਜਲੰਧਰ ਪੁਲਿਸ ਤੇ ਬਠਿੰਡਾ ਪੁਲਿਸ, ਇਹਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਬਹੁਤ ਵੱਡਾ ਰੋਲ ਹੈਗਾ ਜਿਨ੍ਹਾਂ ਨੇ ਪੂਰਾ ਟੈਕਨੀਕਲੀ ਦੀ ਮਦਦ ਕੀਤੀ। ਹਾਲਾਂਕਿ ਬਠਿੰਡਾ ਤੇ ਜਲੰਧਰ ਪੁਲਿਸ ਪਹਿਲਾਂ ਹੀ ਇਹਦੇ ਵਿੱਚ ਕੰਮ ਕਰ ਰਹੀ ਸੀਗੀ ਕਿਉਂਕਿ ਜਿਹੜੇ ਦੋ ਮੇਨ ਸ਼ਾਰਪ ਸ਼ੂਟਰ ਸੀਗੇ ਉਹਨਾਂ ਨੂੰ गिरफ्तार करना, उन्होंने काबू करना बहुत इंपॉर्टेंट सीगा। हालांकि टैक्नीकली मदद नाल, साइबर सैल, आईटी सैल की मदद नाल इन्हों काबू किया गया। हालांकि रिकवरी की जी गल है जिदा तुसीं भी जिक्र कर रहे हो, पहला जो 3 फड़े गए सी उन्हां कोलों रिकवरी हुई सी, लेकिन जो 2 फड़े गए क्योंकि हुण इनिशियली स्टेज है, थोड़ी देर तक क्लीयर होएगा कि इन्हां कोलों जी रिकवरी है वो कितनी होई है क्योंकि इन्हां कोलों क्योंकि पहला जद ये आई सी जद पूरी वारदात नूं अंजाम दे के गए है, 2 बाइकां ते 5 बंदे जिहड़े आए सीगे शार्प शूटर, इन्हां दी ये भी गल सामने आ रही है कि इन्हां दी जिहड़ी एज है वो ज्यादा नहीं है, 19 साल 20 साल 21 साल ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਇਹ ਪੂਰਾ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਕਿਉਂਕਿ ਵਿਜੇ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਹਾਲਾਂਕਿ ਪਹਿਲਾਂ ਵੀ ਅਸੀਂ ਵੇਖਿਆ ਕਿ 18 ਸਾਲ 19 ਸਾਲ 20 ਸਾਲ 21 ਸਾਲ ਦੇ ਜਿਹੜੇ ਨੌਜਵਾਨ ਹੈ ਉਹ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ, ਲੇਕਿਨ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਕਿਰਾਏ ਤੇ ਜਿਹੜਾ ਹੈਗਾ ਉਹ ਲਿਆ ਜਾਂਦਾ ਹੈ, ਕਿਰਾਏ ਤੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਜਾਂ ਫਿਰ ਕਿਸ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਹੈ। ਇਹ ਉਹੀ ਕੈਟੇਗਰੀ ਦੇ ਜਿਹੜੇ ਲੋਕ ਦੱਸੇ ਜਾ ਰਹੇ ਨੇ ਜਿਹੜੇ ਸ਼ਾਰਪ ਸ਼ੂਟਰ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਕੇ ਵੱਖ-ਵੱਖ ਹੋ ਗਏ ਸੀਗੇ। ਜਿਹੜੇ 3 ਫੜੇ ਗਏ ਨੇ ਉਹ ਬਠਿੰਡਾ ਤੋਂ ਲੈ ਕੇ ਆਈ ਸੀ ਪੁਲਿਸ, ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ, ਲੇਕਿਨ ਇਹਦੇ ਵਿੱਚ ਜਾਣਕਾਰੀ ਆਈ ਸੀ ਕਿ 2 ਜਿਹੜੇ ਹੈਗੇ ਉਹ ਭੱਜ ਗਏ ਸੀਗੇ। ਹੁਣ ਇਹ 2 ਜਿਹੜੇ ਭੱਜੇ ਸੀਗੇ ਇਹ ਲੁਧਿਆਣਾ ਆਪਣਾ ਰਾਜਸਥਾਨ ਜੋਧਪੁਰ ਤੋਂ ਇੱਕ ਫੜਿਆ ਗਿਆ, ਜੋਧਪੁਰ ਤੋਂ ਕਾਬੂ ਕੀਤਾ ਤੇ ਇੱਕ ਦਿੱਲੀ ਚ ਰਹੇਗਾ, ਦਿੱਲੀ ਤੋਂ ਕਾਬੂ ਕੀਤਾ ਹੈ। ਤੇ ਕਹਿ ਸਕਦੇ ਹਾਂ ਕਿ ਵੱਡੀ ਸਫਲਤਾ ਜਿਹੜੀ ਹੈ ਪੁਲਿਸ ਨੂੰ ਮਿਲੀ ਹੈ ਤੇ ਇਹਦੇ ਵਿੱਚ ਰਿਕਵਰੀ ਕੀ ਹੋਈ ਹੈ ਇਹ ਵੀ ਥੋੜੀ ਦੇਰ ਤੱਕ ਕਲੀਅਰ ਹੋ ਜਾਏਗਾ। ਵੀ ਅੱਛਾ ਮਨੋਜ, ਇੱਕ ਚੀਜ਼ ਹੋਰ ਹੈ, ਜਦੋਂ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਉਦੋਂ ਉਹ ਜਿਹੜਾ ਆਰਪੀਜੀ ਅਟੈਕ ਹੋਇਆ ਉਸ ਬਾਰੇ ਜਾਣਕਾਰੀ ਦੇ ਰਹੇ ਸੀ, ਨਕੋਦਰ ਵਾਲੇ ਕਾਂਡ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਉਹਨਾਂ ਨੇ ਇੱਕ ਲਫ਼ਜ਼ ਵਰਤਿਆ ਸੀ ਕਿ ਡੈਡ ਲੈਟਰ ਬਾਕਸ ਜਿਹੜਾ ਹੈ ਉਸ ਤਰੀਕੇ ਦਾ ਤਰੀਕਾ ਅਪਣਾਉਂਦੇ, ਡੈਡ ਲੈਟਰ ਬਾਕਸ ਤਰੀਕਾ ਉਹਨਾਂ ਨੇ ਜ਼ਿਕਰ ਕੀਤਾ ਸੀ। ਯਾਨੀ ਜਦੋਂ ਕੋਈ ਵਿਦੇਸ਼ ਬੈਠਾ ਵਿਅਕਤੀ ਇਸ ਕੰਮ ਨੂੰ ਅੰਜਾਮ ਦਿੰਦਾ ਹੈ ਤਾਂ ਉਹ ਇੱਕ ਦੂਜੇ ਦਾ ਵੀ ਨਹੀਂ ਪਤਾ ਹੁੰਦਾ ਕਿ ਹਥਿਆਰ ਰੱਖੇ ਨਹੀਂ ਪਹੁੰਚ ਪਾ ਰਹੀ ਹੈ। ਜੀ ਤਾਂ ਕੋਈ ਦੁਬਾਰਾ ਰੁਕ ਕਰਾਂਗੇ ਮਨੋਜ ਰਾਠੀ ਦਾ। ਅਸੀਂ ਜਿਸ ਤਰੀਕੇ ਨਾਲ ਜ਼ਿਕਰ ਕਰ ਰਹੇ ਸੀ, ਮਨੋਜ ਜਾਣਕਾਰੀ ਦੇ ਰਹੇ ਨੇ ਕਿ 2 ਸ਼ੂਟਰ ਗ੍ਰਿਫਤਾਰ ਕੀਤੇ ਗਏ ਨੇ, ਇੱਕ ਜੋਧਪੁਰ ਤੋਂ ਤੇ ਇੱਕ ਕੀਤਾ ਗਿਆ ਦਿੱਲੀ ਤੋਂ। ਏਜੀਟੀਐਫ ਬਠਿੰਡਾ ਪੁਲਿਸ ਤੇ ਜਿਹੜੀ ਜਲੰਧਰ ਪੁਲਿਸ ਹੈ, ਤਿੰਨਾਂ ਵੱਲੋਂ ਇਹ ਜੁਆਇੰਟ ਆਪਰੇਸ਼ਨ ਸੀ ਔਰ ਜੁਆਇੰਟ ਆਪਰੇਸ਼ਨ ਦੇ ਤਹਿਤ ਇਹਨਾਂ ਨੂੰ ਕਾਬੂ ਕੀਤਾ ਹੈ। ਏਜੀਟੀਐਫ ਨੇ, ਬਠਿੰਡਾ ਪੁਲਿਸ ਨੇ ਔਰ ਜਲੰਧਰ ਪੁਲਿਸ ਨੇ, ਕਿਉਂਕਿ ਮਾਮਲਾ ਜਲੰਧਰ ਤੇ ਬਠਿੰਡਾ ਪੁਲਿਸ ਨਾਲ ਜੁੜਿਆ ਹੋਇਆ ਸੀ। ਏਜੀਟੀਐਫ ਦੀ ਟੀਮ ਆਪਣੇ ਪੱਧਰ ਤੇ ਕੰਮ ਕਰ ਰਹੀ ਸੀ ਕਿਉਂਕਿ ਮਾਮਲਾ ਗੈਂਗਸਟਰਿਜ਼ਮ ਦਾ ਹੈ, ਮਾਮਲਾ ਰੰਗਦਾਰੀ ਦਾ ਹੈ, ਫਰੌਤੀ ਦਾ ਹੈ। ਸੋ ਇਸ ਤਰੀਕੇ ਨਾਲ ਇਹਨਾਂ ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ। ਮਨੋਜ, ਮੈਂ ਦੁਬਾਰਾ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗਾ, ਜਿਹੜਾ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਹ ਡੈਡ ਲੈਟਰ ਬਾਕਸ ਟੈਕਨੀਕ ਅਪਣਾਉਂਦੇ ਆ। ਡੈਡ ਲੈਟਰ ਬਾਕਸ ਟੈਕਨੀਕ ਦਾ ਉਹਨਾਂ ਨੇ ਵਰਡ ਯੂਜ਼ ਕੀਤਾ ਸੀ ਕਿ ਇੱਕ ਨੂੰ ਪਤਾ ਨਹੀਂ ਹੁੰਦਾ ਕਿ ਉਹ ਹਥਿਆਰ ਕਿਹਨੂੰ ਦੇ ਰਿਹਾ, ਦੂਜੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਹਥਿਆਰ ਕਿੱਥੋਂ ਕਲੈਕਟ ਕਰ ਰਿਹਾ, ਤੇ ਤੀਜੇ ਨੂੰ ਪਤਾ ਨਹੀਂ ਹੁੰਦਾ ਕਿ ਅੰਜਾਮ ਕਿਹਨੇ ਦੇਣਾ ਹੈ। ਔਰ ਇਹ ਵਜ੍ਹਾ ਇਹ ਹੁੰਦੀ ਹੈ ਕਿ ਜੇ ਇੱਕ ਫੜਿਆ ਵੀ ਜਾਵੇ ਤਾਂ ਪੁਲਿਸ ਕੜੀਆਂ ਨਾ ਜੋੜ ਸਕੇ। ਸੋ ਐਸੇ ਵਿੱਚ ਫਿਰ ਪੁਲਿਸ ਕੋਲੇ ਟੈਕਨੀਕਲ ਜਿਹੜੀ ਮਹਾਰਤ ਹੈ ਉਹ ਹੀ ਰਹਿ ਜਾਂਦੀ ਹੈ ਇਹਨਾਂ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਿਰੋਣ ਦੀ। बड़ा अहम क्वेश्चन है विजय ਤੁਹਾਡਾ, बड़ा ਟੈਕਨੀਕਲੀ ਜੀ ਆਪਾਂ ਗੱਲ ਕਰੀਏ ਕਿਉਂਕਿ ਇਹ ਆਰਪੀਜੀ ਜਿਹੜਾ ਅਟੈਕ ਦੀ ਤੁਸੀਂ ਗੱਲ ਕਰ ਰਹੇ ਹੋ ਜਿਹਦੇ ਵਿੱਚ ਕੜੀਆਂ ਦਰ ਕੜੀਆਂ ਜੋੜੀ ਗਈ। ਹਾਲਾਂਕਿ ਇਹਦੇ ਵਿੱਚ ਇੱਕ ਨੂੰ ਨਹੀਂ ਪਤਾ ਸੀਗਾ ਕਿ ਦੂਜਾ ਕੌਣ ਹੈ, ਦੂਜੇ ਨੂੰ ਨਹੀਂ ਪਤਾ ਸੀਗਾ ਕਿ ਤੀਜਾ ਕੌਣ ਹੈ। ਪਹਿਲੇ ਨੂੰ ਸਿਰਫ ਕੰਮ ਦਿੱਤਾ ਸੀਗਾ ਕਿ ਤੁਸੀਂ ਸਿਰਫ ਇਹ ਜਿਹੜਾ ਸਮਾਨ ਹੈ ਤੁਸੀਂ ਉੱਥੇ ਰੱਖ ਕੇ ਆਣਾ ਹੈ।
ਕੀ ਕਿਉਂ ਰੱਖ ਕੇ ਆਣਾ ਹੈ, ਇਹ ਵਾਰਦਾਤ ਨੂੰ ਅੰਜਾਮ ਦੇਣਾ ਹੈ ਨਹੀਂ ਦੇਣਾ, ਇਹਦਾ ਕੋਈ ਮਤਲਬ ਨਹੀਂ ਹੈ। ਪਹਿਲਾਂ ਨੇ ਉਹ ਸਮਾਨ ਉੱਥੇ ਰੱਖਿਆ, ਦੂਜੇ ਨੂੰ ਸਿਰਫ ਤੁਸੀਂ ਕਿਹਾ ਕਿ ਤੁਸੀਂ ਥਰਡ ਪਰਸਨ ਨੂੰ ਇਹ ਸਮਾਨ ਦੇਣਾ ਹੈ, ਯਾਨੀ ਕਿ ਦੂਜੇ ਬੰਦੇ ਨੂੰ ਨਹੀਂ ਪਤਾ ਕਿ ਤੀਜਾ ਕੌਣ ਹੈ, ਕਿਸ ਤਰ੍ਹਾਂ ਦਾ ਵਾਰਦਾਤ ਨੂੰ ਅੰਜਾਮ ਦੇਣਾ ਹੈ, ਕਿਆ ਚੀਜ਼ਾਂ ਨੇ ਉਹਨੇ ਤੀਜੇ ਬੰਦੇ ਨੂੰ ਦਿੱਤਾ, ਤੀਜੇ ਬੰਦੇ ਨੇ ਉਸ ਵਾਰਦਾਤ ਨੂੰ ਅੰਜਾਮ ਦੇਣਾ। ਇਹ ਇਸ ਤਰ੍ਹਾਂ ਦਾ ਮੋਡਸ ਆਪਰੈਂਡੀ ਇਹਨਾਂ ਦੀ ਹੈਗੀ ਹੈ। ਇਹ ਪਹਿਲਾ ਮਾਮਲਾ ਨਹੀਂ ਆਰਪੀਜੀ ਦਾ। ਤੁਸੀਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਈਏ, 9 ਮਈ ਨੂੰ ਜਿਹੜਾ ਆਰਪੀਜੀ ਅਟੈਕ ਹੋਇਆ ਸੀਗਾ ਉਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਦੀ ਮੋਡਸ ਆਪਰੈਂਡੀ ਸੀਗੀ, ਕਿਉਂਕਿ ਪਹਿਲਾਂ ਜਦ ਨਿਸ਼ਾਨ ਸਿੰਘ ਫੜਿਆ ਗਿਆ ਸੀ, ਨਿਸ਼ਾਨ ਸਿੰਘ ਨੂੰ ਵੀ ਨਹੀਂ ਪਤਾ ਸੀਗਾ ਕਿ ਜਿਹੜਾ ਪਹਿਲਾ ਬੰਦਾ ਆਇਆ ਸੀਗਾ, ਜਿਹੜਾ ਇਹ ਆਰਪੀਜੀ ਲੈ ਕੇ ਆਇਆ ਸੀਗਾ, ਉਹਨੂੰ ਵੀ ਨਹੀਂ ਪਤਾ ਸੀਗਾ। ਜਿਹੜੀ ਪੁੱਛਗਿੱਛ ਸਾਹਮਣੇ ਆਇਆ, ਜਿਹੜਾ ਉਹਨੇ ਦੱਸਿਆ ਕਿ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਇਹਦੇ ਵਿੱਚ ਕੀ ਹੈ, ਸੈਕਿੰਡ ਪਰਸਨ ਜਿਹੜਾ ਲੈਣੇ ਆਇਆ ਸੀਗਾ ਉਹ ਮੈਨੂੰ ਵੀ ਨਹੀਂ ਪਤਾ। ਹਾਲਾਂਕਿ ਕੜੀਆਂ ਜੁੜੀ ਗਈ, ਟੈਕਨੀਕਲੀ ਗਰਾਊਂਡ ਤੇ ਕੜੀਆਂ ਜੁੜੀ ਗਈ, ਮੋਬਾਈਲ ਡੰਪ ਡਾਟਾ ਜਿਹੜਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਹੁਣ ਜਿਹੜਾ ਫਰੋਤੀਆਂ ਦੇ ਲਈ ਮਰਡਰ ਕਰਦੇ ਨੇ ਉਹਦੇ 'ਚ ਵੀ ਇਹੀ ਟੈਕਨੀਕ ਅਪਣਾਉਂਦੇ ਆ। ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਸਾਹਮਣੇ ਆਉਂਦੀ ਹੈ। ਪਹਿਲਾ ਤਾਂ ਪੁਆਇੰਟ, ਸਭ ਤੋਂ ਅਹਿਮ ਪੁਆਇੰਟ ਜਿਹੜਾ ਹੈਗਾ ਕਿ ਜਿਹੜੇ ਇਹ ਕੈਟੇਗਰੀ ਦੇ ਗੈਂਗਸਟਰ ਦਾ ਨਾਂ ਲੈ ਕੇ ਕਿ ਮੈਂ ਲਾਰੈਂਸ ਬਿਸ਼ਨੋਈ ਦਾ ਬੰਦਾ ਬੋਲਦਾ, ਮੈਂ ਗੋਲਡੀ ਬਰਾੜ ਦਾ ਬੰਦਾ ਬੋਲਦਾ, ਮੈਂ ਲਖਵੀਰ ਸਿੰਘ, ਇਹ ਲੇਕਿਨ ਅਸਲ 'ਚ ਕਈ ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਏ ਕਿ ਉਹ ਉਹਨਾਂ ਦੇ ਬੰਦੇ ਹੁੰਦੇ ਹੀ ਨਹੀਂ ਹੈ। ਉਹ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਈਏ, ਐਗਜ਼ਾਮਪਲ ਡੀਜੀਪੀ ਪੰਜਾਬ ਨੇ ਵੀ ਦਿੱਤਾ ਸੀਗਾ ਕਿ ਇੱਕ ਡਾਕਟਰ ਨੂੰ ਬਾਰ-ਬਾਰ ਐਕਸਟੋਰਸ਼ਨ ਕਾਲ ਦੀ ਕਾਲ ਆ ਰਹੀ ਸੀਗੀ ਕਿ ਮੈਨੂੰ 20 ਲੱਖ 25 ਲੱਖ ਦੋ, ਨਹੀਂ ਤਾਂ ਮੈਂ ਤੁਹਾਨੂੰ ਮਾਰ ਦਾਂਗਾ, ਮੈਂ ਗੋਲਡੀ ਬਰਾੜ ਬੋਲ ਰਿਹਾ। ਲੇਕਿਨ ਜਦ ਬਾਅਦ ਨੇ ਇਨਵੈਸਟੀਗੇਸ਼ਨ ਹੋਈ ਤਾਂ ਉਹ ਬਿਹਾਰ ਤੋਂ ਇੱਕ ਪੇਸ਼ੈਂਟ ਨਿਕਲਿਆ, ਡਾਕਟਰ ਦਾ ਪੇਸ਼ੈਂਟ ਸੀਗਾ ਕਿਸੇ ਟਾਈਮ 'ਚ, ਜਿਹਨੇ ਇਹ ਡਾਕਟਰ ਤੋਂ ਇਲਾਜ ਕਰਾਇਆ ਸੀਗਾ ਤੇ ਉਹਨੂੰ ਪਤਾ ਸੀਗਾ ਕਿ ਡਾਕਟਰ ਬਹੁਤ ਰਿਚ ਹੈ। ਉਹੀ ਪੇਸ਼ੈਂਟ ਨੇ ਗੋਲਡੀ ਬਰਾੜ ਬਣ ਕੇ ਫਿਰੌਤੀ ਮੰਗਣਾ ਸ਼ੁਰੂ ਕਰਤਾ। ਲੇਕਿਨ ਬਾਅਦ 'ਚ ਜਦ ਪੁਲਿਸ ਨੇ ਟ੍ਰੇਸ ਕੀਤਾ, ਇਨਵੈਸਟੀਗੇਸ਼ਨ ਹੋਈ ਤਾਂ ਲੱਗਿਆ ਪਤਾ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਗੈਂਗ ਦਾ ਮੈਂਬਰ ਨਹੀਂ ਸੀ, ਉਹ ਇੱਕ ਸਿਰਫ ਪੇਸ਼ੈਂਟ ਸੀਗਾ ਤੇ ਉਹਨੂੰ ਪਤਾ ਸੀਗਾ ਕਿ ਡਾਕਟਰ ਕੋਲ ਪੈਸਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਨੇ, ਇਸ ਤਰ੍ਹਾਂ ਦੇ ਬਹੁਤ ਸਾਰੀ ਚੀਜ਼ਾਂ ਨੇ ਕਿ ਗੈਂਗਸਟਰ ਬਣ ਕੇ ਫਿਰੌਤੀ ਦੀ ਕਾਲ ਮੰਗੀ ਜਾਂਦੀ ਹੈ। ਅਸਲ ਗੈਂਗਸਟਰ ਉਹ ਨਹੀਂ ਹੁੰਦੇ, ਲੇਕਿਨ ਇਸ ਤਰ੍ਹਾਂ ਦੀ ਕੋਈ ਗੈਂਗ ਚਲਾ ਰਿਹਾ ਹੈ, ਇਸ ਤਰ੍ਹਾਂ ਦੀ ਕੋਈ ਚੀਜ਼ਾਂ ਚਲਾ ਰਿਹਾ ਹੈ। ਕਿਉਂਕਿ ਤੁਸੀਂ ਵੇਖੋ ਕਿ ਮੁਕਤਸਰ ਸਾਹਿਬ 'ਚ ਜਿਹੜੀ ਇੱਕ ਵੱਡੀ ਇੱਕ ਕਿਡਨੈਪਿੰਗ ਹੋਈ, ਫਿਰੌਤੀ ਮੰਗੀ ਗਈ, ਔਰ ਉਸ ਨੂੰ ਚਲਾ ਕੌਣ ਰਿਹਾ ਸੀਗਾ ਕਿ ਇੱਕ ਗੈਂਗ ਚਲਾ ਰਹੀ ਸੀ। ਔਰ ਗੈਂਗ ਤੁਸੀਂ ਵੇਖੋ, ਵੈਰੀ ਸ਼ੌਕਿੰਗ ਕਿ ਇੱਕ ਬੰਦਾ ਆਪਣੀ ਛੋਟੀ ਯਾਨੀ ਕਿ ਇੱਕ ਬੱਚੀ, ਆਪਣੀ ਖੁਦ ਦੀ ਬੇਟੀ ਨੂੰ ਇੱਕ ਕਾਲਾਂ ਕਰਵਾਉਂਦਾ ਸੀਗਾ ਮੁੰਡੇ ਤੋਂ, ਉਹਨੂੰ ਲੈਟਰ ਲਿਖਦਾ ਸੀਗਾ, ਉਹ ਕੁੜੀ ਲਿਖਦੀ ਸੀ ਲੈਟਰ, ਇੱਕ ਨਾਬਾਲਿਗ ਕੁੜੀ ਲਿਖਦੀ ਸੀਗੀ, ਉਹਦਾ ਜਿਹੜਾ ਫਾਦਰ ਹੈ ਉਹ ਕਰਵਾਉਂਦਾ ਸੀਗਾ ਇੱਕ ਗੈਂਗ ਬਣ ਕੇ ਕਿ ਅਸੀਂ ਗੈਂਗ ਦੇ ਮੈਂਬਰ ਬੋਲ ਰਹੇ ਹਾਂ। ਹਾਲਾਂਕਿ ਉਹ ਕਿਸੇ ਗੈਂਗਸ ਤੋਂ ਸੰਬੰਧਿਤ ਨਹੀਂ ਸੀਗੇ। ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਆ ਰਹੇ ਹੈ ਕਿ ਗੈਂਗਸਟਰ ਬਣ ਕੇ ਇਹ ਸਾਰੀ ਚੀਜ਼ਾਂ ਹੁੰਦੀ ਹੈ, ਰੰਗਦਾਰੀ ਮੰਗੀ ਜਾਂਦੀ ਹੈ। ਇਸ ਕੇਸ 'ਚ ਵੀ ਇਹੀ ਹੋਇਆ, ਜਿਹੜਾ ਡੀਜੀਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਿਸੇ ਤਰ੍ਹਾਂ ਦੇ ਕੋਈ ਗੈਂਗਸਟਰ ਨਹੀਂ ਸੀਗੇ, ਉਹ ਸਿਰਫ ਇੱਕ ਨਵੀਂ ਗੈਂਗ ਸਾਹਮਣੇ ਆਈ ਹੈ। ਜਿਹੜਾ ਦੇਖਦੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਹਾਂ ਕਿ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਸੀ, ਕਿਉਂਕਿ ਉਹਦੇ ਕੋਲ ਗੱਡੀਆਂ ਸੀਗੀ VIP ਨੰਬਰ ਦੀ, ਤਾਂ ਇਹ ਦੇਖਦੇ ਸੀਗੇ ਕਿ ਇਹਦੇ ਕੋਲ ਇੰਨੀ ਇਹ ਕਾਫੀ ਰਿਚ ਹੈ, ਇਹਦੇ ਕੋਲ ਇੰਨੀ ਲਗਜ਼ਰੀ ਗੱਡੀਆਂ ਨੇ, ਤਾਂ ਉਸ ਤੋਂ ਬਾਅਦ ਉਹਦਾ ਨੰਬਰ ਪ੍ਰੋਵਾਈਡ ਜਿਹੜਾ ਹੈਗਾ ਨੰਬਰ ਲਿੱਤਾ ਗਿਆ ਔਰ ਉਹਨੂੰ ਕਾਲ ਕਰਕੇ ਉਸ ਤੋਂ ਪੈਸੇ ਮੰਗਣਾ ਸ਼ੁਰੂ ਕਰਤੇ। 20 ਲੱਖ ਪਹਿਲਾਂ ਮੰਗੇ ਗਏ, ਉਸ ਤੋਂ ਬਾਅਦ 30 ਲੱਖ ਦੀ ਡਿਮਾਂਡ ਹੋਈ ਔਰ ਉਸ ਤੋਂ ਬਾਅਦ ਉਹਨੂੰ ਇਹ ਜਿਹੜੇ ਸ਼ਾਰਪ ਸ਼ੂਟਰ ਭੇਜ ਕੇ ਉਹਨੂੰ ਮਰਵਾਤਾ। ਇਹ ਸਾਰੀ ਚੀਜ਼ਾਂ ਮੋਡਸ ਆਪਰੈਂਡੀ ਜਿਹੜੀ ਹੈਗੀ ਹੈ ਇਹ ਬਹੁਤ ਜ਼ਿਆਦਾ ਜਿਹੜੀ ਸਾਹਮਣੇ ਆ ਰਹੀ ਹੈ। ਇਸ ਕਰਕੇ ਡੀਜੀਪੀ ਪੰਜਾਬ ਵੱਲੋਂ ਵੀ ਇਹ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਆਉਂਦੀ ਹੈ, ਜ਼ਰੂਰੀ ਨਹੀਂ ਹੈ ਕਿ ਉਹ ਗੈਂਗਸਟਰ ਹੀ ਹੋਵੇ, ਉਹ ਕਿਸੇ ਹੋਰ ਕੋਈ ਜਿਹੜੇ ਹੈਗੇ ਨਵਾਂ ਗੈਂਗ ਜਿਹੜਾ ਹੈਗਾ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਅੱਛਾ ਮਨੋਜ ਇਹਦੇ ਚ ਮੈਂ ਇੱਕ ਚੀਜ਼ ਹੋਰ ਸਮਝਣੀ ਚਾਹਾਂਗੇ, ਇਹਦੇ ਚ ਇੱਕ ਚੀਜ਼ ਹੋਰ ਸਮਝਣੀ ਚਾਹਾਂਗੇ ਵੀ ਜਿਹੜੇ 5 ਸ਼ੂਟਰ ਪੁਲਿਸ ਨੇ ਹੁਣ ਸ਼ਿਕੰਜੇ 'ਚ ਲੈ ਲਏ ਆ, ਪੰਜੇ ਦੇ ਪੰਜੇ, ਔਰ ਬਹੁਤ ਥੋੜੇ ਦਿਨਾਂ ਦੇ ਵਿੱਚ ਪੁਲਿਸ ਨੇ ਇੱਕ ਤਰੀਕੇ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ, ਟ੍ਰੇਸ ਕਰ ਲਿਆ। ਸੋ ਜਿਹੜਾ ਅਮਰਦੀਪ ਪੁਰੇਵਾਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਬਾਹਰ ਬੈਠ ਕੇ ਕਰਾਉਂਦਾ ਸੀ ਔਰ ਉਹਨੇ 5 ਸ਼ੂਟਰਾਂ ਨੂੰ ਪੈਸੇ ਦਿੱਤੇ, ਵਿੱਚ ਕੋਈ ਹੋਰ ਕੜੀ ਵੀ ਸੀ ਜਾਂ ਬਾਹਰਲਾ ਬੰਦਾ ਸੀ ਔਰ ਸਿਰਫ ਸ਼ੂਟਰ ਸੀ? ਦੇਖੋ, ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਜਿਹੜੀ ਹੁਣ ਤੱਕ ਦੀ ਜਾਣਕਾਰੀ ਦੇ ਰਹੀ ਹੈ, ਜਿਹੜੀ ਸਾਂਝਾ ਕੀਤੀ ਹੈ ਡੀਜੀਪੀ ਪੰਜਾਬ ਵੱਲੋਂ ਵੀ ਔਰ ਜਿਹੜੀ ਲੋਕਲ ਉੱਥੇ ਪੁਲਿਸ ਹੈ ਉਹਨਾਂ ਦੇ ਵੀ ਜਿਹੜੀ ਸਾਂਝਾ ਕੀਤੀ ਹੈ, ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਨਵੀਂ ਗੈਂਗ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਹਾਲਾਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਦੂਜਾ ਜਿਹੜੇ ਇਹ ਕੈਟੇਗਰੀ ਦੇ ਜਿਹੜੇ ਗੈਂਗਸਟਰ ਹੈ ਉਹਨਾਂ ਦਾ ਕੋਈ ਤਰ੍ਹਾਂ ਲੈਣਾ ਦੇਣਾ ਨਹੀਂ ਹੈ, ਲੇਕਿਨ ਇੱਕ ਨਵੀਂ ਗੈਂਗ ਜਿਹੜੀ ਹੈ ਉਹ ਸਾਹਮਣੇ ਆਈ ਹੈ, ਜੋ ਕਿ ਸਿਰਫ ਦੇਖਦੀ ਹੈ ਕਿ ਬੰਦਾ ਕਿੰਨਾ ਰਿਚ ਹੈ, ਬੰਦਾ ਕਿਸ ਤਰ੍ਹਾਂ ਦਾ ਇਮੇਜ ਪਰਸਨ ਹੈਗਾ, ਕਿੰਨਾ ਕੁ ਰਿਚ ਹੈ, ਕਿਹੜਾ ਬਿਜ਼ਨਸਮੈਨ ਹੈ, ਉਹਨਾਂ ਨੂੰ ਆਪਣਾ ਟਾਰਗੇਟ ਕਰਦੀ ਹੈ ਤੇ ਉਹਨਾਂ ਨੂੰ ਫਿਰ ਐਕਸਟੋਰਸ਼ਨ ਕਾਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਇਹ ਵੀ ਵੇਖਿਆ ਗਿਆ, ਇਹ ਵੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਆਈ ਹੈ ਕਿ ਕਈ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਵੌਇਸ ਜਿਹੜਾ ਹੈਗਾ ਵੌਇਸ ਬਦਲ ਕੇ, ਸੌਫਟਵੇਅਰ ਕਈ ਆ ਗਏ ਵਿਜੇ, ਉਹ ਵੌਇਸ ਬਦਲ ਕੇ ਜਿਹੜਾ ਹੈਗਾ ਕਿ ਦੂਜੀ ਵੌਇਸ 'ਚ ਜਿਹੜਾ ਹੈਗਾ ਉਹ ਉਹਨੂੰ ਭੇਜਦੇ, WhatsApp ਕਾਲ ਕਰਦੇ ਜਾਂ ਫਿਰ ਸਿਗਨਲ ਦੇ ਥਰੂ ਕਰਦੇ ਜਾਂ ਫਿਰ ਰਿਕਾਰਡਿੰਗ ਭੇਜਦੇ ਹੈ ਔਰ ਬਾਹਰ ਦੇ ਵਰਚੁਅਲ ਨੰਬਰ ਜਿਹੜੇ ਹੈਗੇ ਯੂਜ਼ ਕਰਦੇ ਹੈ, ਜਿਨ੍ਹਾਂ ਤੇ ਧਮਕੀਆਂ ਦਿੰਦੇ ਹੈ ਜਾਂ ਫਿਰ ਕਹਿੰਦੇ ਆ ਕਿ ਅਸੀਂ ਗੈਂਗਸਟਰ ਬੋਲ ਰਹੇ ਹਾਂ, ਤੁਹਾਨੂੰ ਮਾਰ ਦਾਂਗੇ, ਤੁਹਾਡੇ ਘਰ ਦੀ ਰੈਕੀ ਕਰ ਲਈ। ਇਹ ਬਹੁਤ ਸਾਰੀ ਚੀਜ਼ਾਂ ਹੁਣ ਸਾਹਮਣੇ ਆ ਰਹੀ ਹੈ। ਹਾਲਾਂਕਿ ਅਸਲ ਦੇ ਜਿਹੜੇ ਇਹ ਕਿਹੜੇ ਦੇ ਜਿਹੜੇ ਗੈਂਗਸਟਰ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਹੁੰਦਾ, ਲੇਕਿਨ ਪੁਲਿਸ ਇਹਦੇ ਵਿੱਚ ਵੀ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਿਹੜੇ ਵੀ ਕਾਲਾਂ ਕਰਦੇ
ਹੈ ਆਖਿਰ ਉਹਨਾਂ ਦਾ ਠੀਕ ਹੈ। ਮਕਸਦ ਕੀ ਹੁੰਦਾ ਹੈ, ਉਹ ਸੱਚ ਵਿੱਚ ਕਿਸੇ ਗੈਂਗਸਟਰ ਨਾਲ ਜੁੜੇ ਹੋਏ ਨੇ ਜਾਂ ਫਿਰ ਨਹੀਂ ਜੁੜੇ ਹੋਏ ਨੇ। ਲੇਕਿਨ ਹੁਣ ਤੱਕ ਠੀਕ ਹੈ। ਜੇ ਅਸੀਂ ਗੱਲ ਕਰੀਏ ਕਈ ਇਸ ਤਰ੍ਹਾਂ ਦੇ ਕੇਸਿਸ ਆਏ ਨੇ ਕਿ ਕਿਸ ਤਰ੍ਹਾਂ ਦਾ ਕੋਈ ਗੈਂਗਸਟਰ ਦੇ ਨਾਲ ਲੈਣਾ ਦੇਣਾ ਨਹੀਂ ਹੁੰਦਾ, ਲੇਕਿਨ ਉਹ ਸਿਰਫ ਪੈਸੇ ਵਾਸਤੇ ਇਹ ਕਾਲਾਂ ਜਿਹੜੀਆਂ ਉਹ ਕਰਦੀ ਹੈ। ਵਿਜੇ ਠੀਕ ਹੈ ਧੰਨਵਾਦ ਮਨੋਜ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਸਾਡੇ ਸਹਿਯੋਗੀ ਮਨੋਜ ਰਾਠੀ ਜਿਸ ਤਰੀਕੇ ਨਾਲ ਵਿਸਤਾਰ ਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ, 5 ਦੇ 5 ਸ਼ੂਟਰ ਜਿਹੜੇ ਨੇ ਉਹ ਪੁਲਿਸ ਦੇ ਹੱਥੇ ਚੜ ਗਏ ਨੇ। 5 ਸ਼ੂਟਰਾਂ ਨੇ ਅੰਜਾਮ ਦਿੱਤਾ ਸੀ ਟਿੰਮੀ ਚਾਵਲਾ ਔਰ ਮਨਦੀਪ ਸਿੰਘ ਦੇ ਮਰਡਰ ਨੂੰ, ਔਰ ਕੁਝ ਦਿਨਾਂ ਦੇ ਵਿੱਚ ਪੁਲਿਸ ਨੇ ਇਸ ਕੇਸ ਨੂੰ ਸੋਲਵ ਕਰ ਲਿਆ ਹੈ। ਇੱਕ ਨਵਾਂ ਗੈਂਗ ਸੀ ਜਿਵੇਂ ਮਨੋਜ ਰਾਠੀ ਦੱਸ ਰਹੇ ਸੀ, ਔਰ ਬਾਹਰ ਬੈਠੇ ਵਿਅਕਤੀ ਨੇ ਇਹ ਸਾਰਾ ਜਿਹੜਾ ਕਤਲकांड ਹੈ ਇਸ ਨੂੰ ਅੰਜਾਮ ਦਿਵਾਇਆ ਸੀ ਔਰ 5 ਸ਼ੂਟਰ ਹਾਇਰ ਕੀਤੇ ਗਏ ਸੀ। ਸੋ ਹੁਣ ਜਿਹੜੇ 2 ਸ਼ੂਟਰ ਬਚੇ ਸੀ ਉਹਨਾਂ ਨੂੰ ਪੁਲਿਸ ਨੇ ਜੋਧਪੁਰ ਤੇ ਦਿੱਲੀ ਤੋਂ ਕਾਬੂ ਕੀਤਾ ਹੈ ਔਰ 3 ਟੀਮਾਂ ਜਿਹੜੀਆਂ ਸੀ AGTF, ਬਠਿੰਡਾ ਪੁਲਿਸ ਤੇ ਜਲੰਧਰ ਪੁਲਿਸ, ਉਹਨਾਂ ਵੱਲੋਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਸੋ 2 ਸ਼ੂਟਰ ਜਿਨ੍ਹਾਂ ਦੇ ਨਾਮ ਸੱਜਣ ਤੇ ਠਾਕੁਰ ਦੱਸੇ ਜਾ ਰਹੇ ਨੇ ਉਹਨਾਂ ਦੋਨਾਂ ਨੂੰ ਵੀ ਕਾਬੂ ਕਰ ਲਿਆ ਔਰ 5 ਦੇ 5 ਸ਼ੂਟਰ ਪੁਲਿਸ ਦੇ ਸ਼ਿਕੰਜੇ 'ਚ ਆ ਗਏ ਨੇ। ਤੇ ਅਗਲੀ ਖਬਰ, ਪਟਿਆਲਾ ਪੁਲਿਸ ਨੇ ਵੀ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਕੋਲੋਂ 4 ਪਿਸਟਲ, ਇੱਕ ਰਿਵਾਲਵਰ ਤੇ 20 ਰੌਂਦ ਬਰਾਮਦ ਕੀਤੇ ਗਏ ਨੇ। ਯੂਪੀ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ ਰਾਹੁਲ, ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ। ਹਥਿਆਰਾਂ ਦੀ ਤਸਕਰੀ ਦੇ ਵਿੱਚ ਇਸ ਦੀ ਸ਼ਮੂਲੀਅਤ ਸੀ ਔਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਸ ਦੇ ਲਿੰਕ ਜੁੜੇ ਹੋਏ ਨੇ। ਰਾਹੁਲ ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਨੇ। ਸੋ ਪਟਿਆਲਾ ਪੁਲਿਸ ਵੱਲੋਂ ਇਸ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। 4 ਪਿਸਟਲ ਇਸ ਦੇ ਕੋਲੋਂ ਮਿਲੇ ਨੇ, ਇੱਕ ਰਿਵਾਲਵਰ ਮਿਲਿਆ ਹੈ ਤੇ 20 ਰੌਂਦ ਜਿਹੜੇ ਨੇ ਰਿਵਾਲਵਰ ਦੇ ਉਹ ਇਸ ਦੇ ਕੋਲੋਂ ਪੁਲਿਸ ਨੇ ਬਰਾਮਦ ਕੀਤੇ ਨੇ। ਸੋ ਰਾਹੁਲ ਇਸ ਦਾ ਨਾਮ ਹੈ, ਪਹਿਲਾਂ ਵੀ ਕਈ ਸਾਰੇ ਮਾਮਲੇ ਦਰਜ ਨੇ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਇਸ ਦਾ ਲਿੰਕ ਦੱਸਿਆ ਜਾ ਰਿਹਾ। ਯੂਪੀ ਦਾ ਇਹ ਵਸਨੀਕ ਹੈ। ਮਿਲੀ ਜਦੋਂ ਅਸੀਂ ਰਾਹੁਲ ਸਿੰਘ ਨਾਮ ਦਾ ਇਹ ਮੁਲਜ਼ਮ ਜਿਹੜਾ ਬਦਾਯੂ ਏਰੀਆ ਯੂਪੀ ਦਾ ਰਹਿਣ ਵਾਲਾ ਹੈ ਤੇ ਇੱਕ ਪੁਰਾਣਾ ਕ੍ਰਿਮੀਨਲ ਆ, ਇਹਨੂੰ ਅਸੀਂ ਗ੍ਰਿਫਤਾਰ ਕਰਕੇ 5 ਵੈਪਨਸ ਜਿਹੜੇ ਆ ਪਿਸਟਲਸ ਤੇ ਰਿਵਾਲਵਰਸ ਐਂਡ 20 ਕਾਰਟ੍ਰਿਜਸ ਅਸੀਂ ਇਹਦੇ ਤੋਂ ਬਰਾਮਦ ਕੀਤੇ। ਕੁਝ ਦਿਨ ਪਹਿਲਾਂ ਵੀ ਅਸੀਂ 6 ਪਿਸਟਲਸ ਰਿਕਵਰ ਕੀਤੇ ਸੀ ਤੇ ਪਟਿਆਲਾ ਪੁਲਿਸ ਲਗਾਤਾਰ ਇਸ ਮੁਹਿੰਮ 'ਚ ਰਿਕਵਰੀਆਂ ਕਰ ਰਹੀ ਹੈ। SP ਇਨਵੈਸਟੀਗੇਸ਼ਨ ਹਰਬੀਰ ਅਟਵਾਲ, SP ਸਿਟੀ ਵਜ਼ੀਰ ਸਿੰਘ ਖਹਿਰਾ, DSP D ਸੁਖਮਰਤ ਰੰਧਾਵਾ, DSP ਜਸਵਿੰਦਰ ਟਿਵਾਣਾ ਐਂਡ ਇੰਚਾਰਜ CIA ਸ਼ਮਿੰਦਰ ਸਿੰਘ ਦੀ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਤੇ ਬੜਾ ਵੈਲ ਆਇਲਡ ਆਪਰੇਸ਼ਨ ਦੇ ਤਹਿਤ ਅਸੀਂ ਇਹ 5 ਅਸਲੇ ਰਿਕਵਰ ਕੀਤੇ। ਪ੍ਰਾਈਮ ਅਫੈਸਾਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਸ ਛੋਟੇ ਗੈਂਗ ਦੀਆਂ ਤਾਰਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ। ਤੇ ਮੁਕਤਸਰ ਦੇ ਵਿੱਚ 20 ਸਾਲ ਦੇ ਨੌਜਵਾਨ ਦੇ ਕਾਤਲ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਮੁੱਖ ਮੁਲਜ਼ਮ ਨਵਜੋਤ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲਖਨਊ 에ਅਰਪੋਰਟ ਤੋਂ, ਇਹ ਗ੍ਰਿਫਤਾਰੀ ਹੋਈ ਹੈ ਔਰ ਕਤਲकांड ਤੋਂ ਬਾਅਦ ਇਹ ਦੁਬਈ ਫਰਾਰ ਹੋ ਗਿਆ ਸੀ। ਇਸ ਨੌਜਵਾਨ ਨੂੰ ਲਖਨਊ 에ਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ ਜਿਸ ਨੇ 20 ਸਾਲ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਹੈ ਫਰੌਤੀ ਨਾ ਮਿਲਣ ਦੇ ਚੱਲਦੇ। ਕੱਲ ਪੁਲਿਸ ਨੇ ਖੇਤਾਂ 'ਚ ਦੱਬੀ ਲਾਸ਼ ਬਰਾਮਦ ਕੀਤੀ ਸੀ। ਹਰਮਨ ਨਾਮ ਦਾ ਨੌਜਵਾਨ ਸੀ ਜਿਸ ਨੂੰ ਅਗਵਾ ਕਰਕੇ 30 ਲੱਖ ਰੁਪਏ ਦੀ ਫਰੌਤੀ ਮੰਗੀ ਗਈ ਸੀ। ਹਰਮਨ ਮਾਪਿਓ ਦਾ ਇਕਲੌਤਾ ਪੁੱਤਰ ਸੀ ਤੇ ਫਰੌਤੀ ਨਾ ਮਿਲਣ ਦੇ ਚੱਲਦੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਖੇਤਾਂ ਦੇ ਵਿੱਚੋਂ ਕੱਲ ਉਸ ਦੀ ਲਾਸ਼ ਬਰਾਮਦ ਹੋਈ ਸੀ ਤੇ ਅੱਜ ਮੁਲਜ਼ਮ ਨਵਜੋਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਤੇ ਗੱਲ ਕਰਦੇ ਆ ਹਰਿਆਣਾ ਦੀ ਸਿਆਸਤ ਦੀ। ਹਰਿਆਣਾ ਦੇ ਵਿੱਚ ਗੁਰਦੁਆਰਾ ਇਲੈਕਸ਼ਨ ਨੂੰ ਲੈ ਕੇ ਕਾਫੀ ਉਤਾਰ ਚੜਾਅ ਜਿਹੜੇ ਨੇ, ਖਾਸ ਕਰਕੇ ਜਿਹੜੀ ਨਵੀਂ ਕਮੇਟੀ ਬਣੀ ਹੈ ਉਸ ਨੂੰ ਲੈ ਕੇ ਦੇਖਣ ਨੂੰ ਮਿਲ ਰਹੇ ਨੇ। ਕੱਲ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਜਗਦੀਸ਼ ਝਿੰਡਾ ਮੁਲਾਕਾਤ ਕਰਨਗੇ ਔਰ ਜਗਦੀਸ਼ ਝਿੰਡਾ ਨੇ ਕਿਹਾ ਕਿ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੇ ਫੈਸਲਾ ਲਵਾਂਗੇ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ HSGMC ਦੀਆਂ ਚੋਣਾਂ ਜਲਦ ਕਰਵਾਉਣ ਦੀ ਮੰਗ ਜਿਹੜੀ ਹੈ ਉਹ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੀਤੀ ਜਾਵੇਗੀ ਕਿ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇ। ਝਿੰਡਾ ਨੇ ਕੁਰੂਕਸ਼ੇਤਰ 'ਚ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਹੈ। ਕੱਲ 38 ਮੈਂਬਰੀ ਐਡਹੌਕ ਕਮੇਟੀ ਤੋਂ ਅਸਤੀਫਾ ਦਿੱਤਾ ਸੀ। 21 ਦਸੰਬਰ ਨੂੰ 38 ਮੈਂਬਰੀ ਐਡਹੌਕ ਕਮੇਟੀ ਆਪਣਾ ਨਵਾਂ ਪ੍ਰਧਾਨ ਚੁਣਨ ਜਾ ਰਹੀ ਹੈ। ਅਸਤੀਫਾ ਦੇਣ ਮਗਰੋਂ ਪ੍ਰਧਾਨਗੀ ਦੀ ਰੇਸ ਤੋਂ ਝਿੰਡਾ ਬਾਹਰ ਹੋ ਗਏ। ਅਕਾਲ ਤਖਤ ਸਾਹਿਬ ਜਥੇਦਾਰ ਤੋਂ ਮੈਂ ਹੁਣੇ ਟਾਈਮ ਲਿਆ ਮਿਲਣ ਦਾ। ਉਹਨਾਂ ਕਦ ਦਾ ਸਾਨੂੰ ਟਾਈਮ ਦਿੱਤਾ। ਹਰਿਆਣੇ ਦੀ ਸਿੱਖ ਸੰਗਤ ਇੱਕ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ
ਇਹ ਜ਼ਰੂਰ ਬੇਨਤੀ ਕਰੇਗੀ ਬਈ ਸਾਨੂੰ ਸੰਗਤ ਨੂੰ ਜਿਹੜੀ ਸਰਕਾਰ ਨੇ ਕਮੇਟੀ ਬਣਾਈ ਹੈ, ਕਿਉਂਕਿ ਰਾਜਨੀਤਿਕ ਇਹਦਾ ਨਾਂ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੇ ਸਰਕਾਰ ਕਿੱਥੋਂ ਆ ਗਈ? ਸਿੱਖ ਲਫ਼ਜ਼ ਲਿਖਿਆ ਗਿਆ ਜਾਂ ਤੇ ਸਰਕਾਰ ਜਿਹੜੀ ਸਿੱਖਾਂ ਨੂੰ ਪੁੱਛਦੀ, ਝਿੰਡਾ ਨੂੰ ਪੁੱਛਦੀ, ਹੋਰ ਕਿਸੇ ਨੂੰ ਪੁੱਛਦੀ ਵੀ ਤੁਸੀਂ ਸੰਘਰਸ਼ ਕੀਤਾ 41 ਮੈਂਬਰੀ ਕਮੇਟੀ ਦਿਓ, ਤੇ ਅਸੀਂ ਉਹਨਾਂ ਦੇ ਮੋਹਰ ਲਾਂਦੀ ਜੀ ਸਰਕਾਰ। ਇਹ ਕਮੇਟੀ ਦਾ ਤਾਂ ਕੰਮ ਇੰਨਾ ਕਿ ਵੋਟ ਬਣਾਉਣੇ ਤੇ ਹਲਕਾਬੰਦੀ ਕਰਨੀ, ਹੋਰ ਕੋਈ ਕੰਮ ਨਹੀਂ ਇਸ ਕਮੇਟੀ ਦਾ। ਠੀਕ ਹੈ ਜੀ, 18 ਮਹੀਨੇ ਵਾਸਤੇ ਕਮੇਟੀ ਬਣਾਈ ਗਈ। ਸਰਕਾਰ ਨੇ ਨਹੀਂ ਪੁੱਛਿਆ, ਮੈਨੂੰ ਕੋਈ ਮਨਖ ਨਹੀਂ ਕਰਤਾ ਸਰਕਾਰ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਜਥੇਦਾਰ ਤੋਂ ਮੈਂ ਹੁਣੇ ਟਾਈਮ ਲਿਆ ਮਿਲਣ ਦਾ। ਕਰਦੇ ਹਾਂ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਈਸਾਈ ਪ੍ਰਚਾਰਕ ਤੇ ਸਵਾਲ ਚੱਕੇ ਨੇ। ਈਸਾਈ ਪ੍ਰਚਾਰਕ ਰਮਨ ਹੰਸ ਤੇ ਸਵਾਲ ਚੱਕੇ ਗਏ ਨੇ ਔਰ ਰਮਨ ਹੰਸ ਨੂੰ ਮਨਜਿੰਦਰ ਸਿਰਸਾ ਨੇ ਫਰਾਡ ਮਿਸ਼ਨਰੀ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਰਮਨ ਹੰਸ ਸਿੱਖਾਂ ਤੋਂ ਡਰਾਮੇ ਕਰਵਾ ਰਹੇ ਨੇ, ਸਿੱਖਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਨੇ ਔਰ ਸਿਰਸਾ ਨੇ ਸੀਐਮ ਭਗਵੰਤ ਮਾਨ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਐਸਜੀਪੀਸੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਵੀ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਗਈ ਹੈ। ਧਰਤੀ ਤੇ ਜਿਹੜੀ ਚਮਕੌਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੱਥੇ ਮੁਗਲਾਂ ਦੇ ਖਿਲਾਫ ਧਰਮ ਦੀ ਲੜਾਈ ਲੜੀ, ਜਿੱਥੇ ਵੱਡੇ ਸਾਹਿਬਜ਼ਾਦੇ ਉਸ ਜੰਗ 'ਚ ਸ਼ਹੀਦ ਹੋਏ ਹੋਣ, ਉਸ ਪਵਿੱਤਰ ਮਹਾਨ ਪਵਿੱਤਰ ਧਰਤੀ ਤੇ ਐਸੇ ਹੰਸ ਵਰਗੇ ਫਰਾਡ ਲੋਕ ਕ੍ਰਿਸਚੀਅਨ ਮਿਸ਼ਨਰੀ ਬਣ ਕੇ ਤੇ ਸਿੱਖਾਂ ਨੂੰ ਸਟੇਜਾਂ ਤੇ ਨਚਾਉਣ, ਸਿੱਖ ਪੱਗ ਬੰਨ੍ਹ ਕੇ ਤੇ ਇਹ ਕਹਿਣ ਕਿ ਜੀ ਈਸਾ ਮਸੀਹ ਆ ਗਿਆ, ਅਸੀਂ ਨੱਚ ਰਹੇ ਹਾਂ ਜੀ, ਡਰਾਮੇ ਕਰਨ, ਧਰਮ ਬਦਲਣ। ਯਾਰ ਇਸ ਤੋਂ ਵੱਡਾ ਦੁਖਾਂਤ ਇਸ ਪੰਜਾਬ ਲਈ ਕੀ ਹੋ ਸਕਦਾ ਹੈ? ਉਸ ਪਵਿੱਤਰ ਧਰਤੀ ਵੀ ਨਹੀਂ ਹੁਣ ਬਖਸ਼ੀ ਜਾ ਰਹੀ, ਜਿਸ ਪਵਿੱਤਰ ਧਰਤੀ ਦਾ ਜ਼ਰਾ ਜ਼ਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਜ਼ੇ 'ਚ ਡੁੱਬਿਆ, ਉਹਨਾਂ ਸਾਹਿਬਜ਼ਾਦਿਆਂ ਦੇ ਕਰਜ਼ੇ 'ਚ ਡੁੱਬਿਆ, ਉਸ ਧਰਤੀ ਤੇ ਵੀ ਸਿੱਖ ਇਹ ਕਰ ਸਕਦੇ ਨੇ ਔਰ ਇਹ ਕ੍ਰਿਸ਼ਨ ਮਿਸ਼ਨਰੀ ਇਹ ਕਰਾ ਸਕਦੇ ਨੇ। ਭਗਵੰਤ ਮਾਨ ਜੀ, ਤੁਸੀਂ ਇੱਕ ਸਿੱਖ ਜੇ, ਭਾਵੇਂ ਸਿੱਖ ਪਰੰਪਰਾਵਾਂ ਨੂੰ ਤੁਸੀਂ ਨਹੀਂ ਚੰਗੀ ਤਰ੍ਹਾਂ ਸਮਝਦੇ ਹੋਗੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਔਰ ਬਖਸ਼ਿਸ਼ ਤੁਹਾਡੇ ਤੇ ਵੀ ਆ। ਦੇਖੋ ਇਹ ਉਹਨਾਂ ਦੀ ਗੱਲ ਹੈ, ਉਹ ਕੁਝ ਵੀ ਕਹਿ ਸਕਦੇ ਨੇ, ਉਹਨਾਂ ਨੂੰ ਪੂਰਨ ਅਧਿਕਾਰ ਆ, ਉਹ ਕੁਝ ਵੀ ਕਹਿ ਸਕਦੇ ਨੇ। ਪਰ ਜਿਹੜੀ ਹਾਂ ਇੱਦਾਂ ਆਪਾਂ ਕੁਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਪ੍ਰਭੂ ਦੇ ਸੇਵਕ ਨੇ ਜਾਂ ਕੁਝ ਕਈ ਵਾਰ ਕੁਝ ਨਵੇਂ ਕ੍ਰਿਸਚੈਨਿਟੀ ਦੇ ਵਿੱਚ ਆਉਂਦੇ ਆ, ਕਈ ਗੱਲਾਂ ਦੇ ਵਿੱਚ ਉਹ ਥੋੜ੍ਹੇ ਅਣਜਾਣ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਪਰ ਇੱਦਾਂ ਵੀ ਨਹੀਂ ਕਹਿ ਸਕਦੇ ਕਿ ਸਰਾਸਰ ਡਰਾਮਾ ਕੀਤਾ ਜਾ ਰਿਹਾ ਹੈ। ਹਾਂ ਕੁਝ ਪ੍ਰਭੂ ਦੇ ਦਾਸ ਨੇ ਜਿਹੜੇ ਕਈ ਵਾਰ ਥੋੜ੍ਹਾ ਜੋਸ਼ ਦੇ ਵਿੱਚ ਕਈ ਕੰਮ ਕਰਦੇ ਨੇ, ਕੁਝ ਸਿੰਸੀਅਰਲੀ ਕੰਮ ਕਰਦੇ ਨੇ, ਉਹ ਅੰਤਰ ਹੋ ਸਕਦਾ, ਮਨੁੱਖੀ ਅੰਤਰ ਹੋ ਸਕਦਾ। ਲੇਕਿਨ ਪਵਿੱਤਰ ਸ਼ਾਸਤਰ ਬਾਈਬਲ ਜਾਂ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਤਰੀਕਾ ਆ ਜਾਂ ਉਹਨਾਂ ਦੀਆਂ ਸਿੱਖਿਆਵਾਂ ਨੇ, ਉਹ ਸਾਰੀ ਮਾਨਵਤਾ ਦੇ ਭਲੇ ਵਾਸਤੇ। ਤੇ ਗੱਲ ਕਰਦੇ ਹਾਂ ਜੀਰਾ ਧਰਨੇ ਦੀ। ਹੁਣ ਸਵਾਲ ਉੱਠਣ ਲੱਗੇ ਨੇ ਕਿ ਕੀ ਜੀਰਾ ਧਰਨੇ ਦੇ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ, ਕਿਉਂਕਿ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਇਹ ਵੱਡਾ ਬਿਆਨ ਆਇਆ ਹੈ ਕਿ ਹੌਲੀ ਹੌਲੀ ਪਤਾ ਲੱਗੇਗਾ, ਅੱਗੇ ਪਤਾ ਲੱਗੇਗਾ ਕਿ ਕੀ ਸਾਜ਼ਿਸ਼ਾਂ ਨੇ। ਉਹਨਾਂ ਕਿਹਾ ਕਿ 1 ਮਹੀਨੇ ਦੇ ਵਿੱਚ ਅਸੀਂ ਇਹ ਮਸਲਾ ਹੱਲ ਕਰ ਲਵਾਂਗੇ। ਮੁੱਦਾ ਸੁਲਝਾਉਣ ਦੇ ਲਈ ਮੁੱਖ ਮੰਤਰੀ ਵੱਲੋਂ 5 ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ ਔਰ ਜੀਰਾ ਸ਼ਰਾਬ ਫੈਕਟਰੀ ਮੁੜ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਹੈ। ਸਖਤ ਸੁਰੱਖਿਆ ਵਿਚਾਲੇ ਸਟਾਫ ਨੂੰ ਪੁਲਿਸ ਅੰਦਰ ਲੈ ਕੇ ਗਈ ਹੈ। ਐਸਐਸਪੀ ਸਮੇਤ ਤਮਾਮ ਪੁਲਿਸ ਅਧਿਕਾਰੀ ਮੌਜੂਦ ਨੇ, ਕਿਉਂਕਿ ਧਰਨੇ ਕਰਕੇ ਕੁਝ ਮਹੀਨਿਆਂ ਤੋਂ ਫੈਕਟਰੀ ਬੰਦ ਪਈ ਹੈ ਤੇ ਫੈਕਟਰੀ ਦੇ ਮੇਨ ਗੇਟ ਤੇ ਧਰਨਾ ਲੱਗਿਆ, ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤੇ ਨੇ ਕਿ ਫੈਕਟਰੀ ਨੂੰ ਚਾਲੂ ਕਰਵਾਇਆ ਜਾਵੇ ਔਰ ਫੈਕਟਰੀ ਮਾਲਕਾਂ ਵੱਲੋਂ ਹਾਈ ਕੋਰਟ ਦੇ ਵਿੱਚ ਜੋ ਉਹਨਾਂ ਨੂੰ এনवायरमेंट ਕਲੀਅਰੈਂਸ ਮਿਲੀਆਂ ਨੇ ਵੱਖ-ਵੱਖ ਸੰਸਥਾਵਾਂ ਤੋਂ, ਉਹ ਸਾਰੀਆਂ ਪੇਸ਼ ਕੀਤੀਆਂ ਗਈਆਂ, ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜੁਰਮਾਨਾ ਵੀ ਲਾਇਆ ਤੇ ਹੁਕਮ ਦਿੱਤੇ ਕਿ ਇਸ ਧਰਨੇ ਨੂੰ ਚੁਕਵਾਇਆ ਜਾਵੇ। ਔਰ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਧਰਨੇ ਨੂੰ ਕਿਸੇ ਤਰੀਕੇ ਚੁਕਵਾਇਆ ਜਾਵੇ। ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ, ਮੁੱਖ ਮੰਤਰੀ ਨੇ ਭਰੋਸਾ ਵੀ ਦਿੱਤਾ, ਪਰ ਉਸ ਦੇ ਬਾਵਜੂਦ ਧਰਨਾ ਜਿਹੜਾ ਹੈ ਉਸੇ ਤਰੀਕੇ ਨਾਲ ਚੱਲ ਰਿਹਾ ਹੈ। ਸੋ ਹੁਣ ਪੁਲਿਸ ਨੇ ਜਿਹੜੇ EMPLOYE ਨੇ, ਜਿਹੜੇ ਕਰਮਚਾਰੀ ਨੇ, ਉਹਨਾਂ ਨੂੰ ਫੈਕਟਰੀ ਦੇ ਅੰਦਰ ਪਹੁੰਚਾਇਆ। ਫੈਕਟਰੀ ਸੰਚਾਲਕਾਂ ਵੱਲੋਂ ਜੋ ਤੱਥ ਦਿੱਤੇ ਗਏ ਨੇ ਕਿ 300 ਕਰੋੜ रुपए ਤੋਂ ਵੱਧ बनाई सरदार भगवंत सिंह मान जी ने, जिले के किसानों के साथ है, उनके लिए उस फैक्ट्री के लिए 5 कमेटियां जो जांच करेगी और 5 कमेटियां अपना काम करेगी। प्रशासन द्वारा हटाया गया है। नहीं कोई बात नहीं, कोई बात नहीं, ऐसी कोई बात नहीं। सर आपको लगता है कि राजनीतिक साजिश है, इस तरीके से इसको मैनिपुलेट किया जा रहा है? मैं क्या देखी जाओ, क्या क्या आपको बताएंगे, क्या क्या साजिश है इसमें। भगवंत मान सरकार इसको सुलझा लेगी मामले को? बिल्कुल जी, बिल्कुल सुलझा लेगी 1 महीने।
ਤਾਂ ਫੈਕਟਰੀ ਸੰਚਾਲਕਾਂ ਵੱਲੋਂ ਜੋ ਤੱਥ ਦਿੱਤੇ ਗਏ ਨੇ ਉਸ ਦੇ ਮੁਤਾਬਕ 300 ਕਰੋੜ ਰੁਪਇਆ ਲਾ ਕੇ ਇਹ ਫੈਕਟਰੀ ਜਿਹੜੀ ਹੈ ਇਹ ਲਾਈ ਗਈ ਸੀ। 300 ਕਰੋੜ ਰੁਪਇਆ ਲੱਗਿਆ ਸੀ, 300 ਕਰੋੜ ਲਾ ਕੇ ਇਹ ਫੈਕਟਰੀ ਲਾਈ ਗਈ ਸੀ। ਔਰ ਉਸ ਤੋਂ ਬਾਅਦ ਇਸ ਫੈਕਟਰੀ ਦੇ ਬਾਹਰ ਜਦੋਂ ਧਰਨਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਇਸ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਔਰ ਇਹ ਵੀ ਦੱਸਿਆ ਗਿਆ ਕਿ ਕਿੰਨੇ ਦਾ ਨੁਕਸਾਨ ਹੋਇਆ ਹੈ। ਸੋ 300 ਕਰੋੜ ਰੁਪਏ ਦਾ ਖਰਚਾ ਉਹਨਾਂ ਨੇ ਦੱਸਿਆ, 200 ਕਰੋੜ ਰੁਪਏ ਪੂੰਜੀ ਨਿਵੇਸ਼ ਜਿਹੜਾ ਸੀ ਉਹਨਾਂ ਕਿਹਾ ਕਿ ਵਿੱਤੀ ਸੰਸਥਾਵਾਂ ਤੋਂ ਇਕੱਠਾ ਕੀਤਾ, 1.5 ਕਰੋੜ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਬਿੱਲਾਂ ਦਾ ਖਰਚਾ ਹੈ। ਫੈਕਟਰੀ ਲਾਉਣ ਸਮੇਂ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਔਰ ਧਰਨੇ ਕਰਕੇ ਉਹਨਾਂ ਕਿਹਾ ਕਿ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ। ਆਬਕਾਰੀ ਤੇ ਹੋਰ ਟੈਕਸ ਨਾ ਮਿਲਣ ਕਰਕੇ ਸਰਕਾਰ ਨੂੰ ਘਾਟਾ ਵੀ ਪੈ ਰਿਹਾ ਹੈ। ਇਹ ਗੱਲ ਵੀ ਫੈਕਟਰੀ ਸੰਚਾਲਕਾਂ ਵੱਲੋਂ ਕੋਰਟ ਦੇ ਵਿੱਚ ਰੱਖੀ ਗਈ ਹੈ। ਉਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਂਚ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਲਏ ਗਏ। ਪਿੰਡ ਮਨਸੂਰਵਾਲ, ਮਾਈਵਾਲਾ ਕਲਾਂ, ਰੱਤੜ ਰੂਹੀ ਤੇ ਤੋਂ ਫੈਕਟਰੀ ਦੇ ਜਿਹੜੇ ਸੀ ਉਹ ਸੈਂਪਲ ਲਏ ਗਏ। ਜੁਲਾਈ ਮਹੀਨੇ ਦੀ 18, 19, 20 ਤੇ 23 ਤਰੀਕ ਨੂੰ ਇਹ ਸੈਂਪਲ ਲਏ ਗਏ ਸੀ। ਫੈਕਟਰੀ ਤੋਂ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦੀ ਤਸਦੀਕ ਨਹੀਂ ਹੋਈ ਸੀ, ਪਰ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਰਿਪੋਰਟ ਨੂੰ ਨਕਾਰ ਦਿੱਤਾ ਗਿਆ।